ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਕਈ ਕੌਤਕ ਕੀਤੇ ਜੋ ਕਿ ਵਾਕਈ ਹੈਰਾਨ ਕਰਨ ਦੇਣ ਵਾਲੇ ਨੇ। ਅੱਜ ਅਸੀਂ ਇੱਕ ਇਹੋ ਜਿਹਾ ਪ੍ਰਸੰਗ ਲੈ ਕੇ ਆਏ ਹਾਂ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਦਰ ਇੱਕ ਰਿਚ ਭਾਈ ਕੀਰਤੀ ਦੇ ਉੱਤੇ ਇਰਦ ਗਿਰਦ ਫਿਰਦਾ ਹੈ ਤੇ ਇੱਕ ਸਾਨੂੰ ਇੱਕ ਬਿਲਕੁਲ ਨਵੀਂ ਸਿੱਖ ਦਿੰਦਾ ਹੈ ਕਿ ਗੁੱਸਾ ਕਿੰਨਾ ਭੈੜਾ ਹੋ ਸਕਦਾ ਤੇ ਸਾਨੂੰ ਕਿੱਥੋਂ ਦਾ ਕਿੱਥੇ ਲੈ ਸਕਦਾ ਹੈ। ਆਓ ਸ਼ੁਰੂ ਕਰੀਏ। ਦਿਨ ਦਾ ਪਹਿਲਾ ਪਹਿਰ ਸੀ। ਸਤਿਗੁਰੂ ਜੀ ਸ਼ਿਕਾਰ ਜਾਣ ਨੂੰ ਤਿਆਰ ਸਨ। ਇੱਕ ਕਲੰਦਰ ਆ ਪੁੱਜਿਆ। ਉਸ ਕਲੰਦਰ ਦੇ ਕੋਲ ਇੱਕ ਤਕੜਾ ਪਲਿਆ ਹੋਇਆ ਰਿਛ ਸੀ। ਉਹ ਰਿਛ ਦੇ ਨਕੇਲ ਪਾ ਕੇ ਉਸ ਨੂੰ ਨਚਾਉਂਦਾ ਫਿਰਦਾ ਸੀ ਤੇ ਪੈਸੇ ਕਮਾਉਂਦਾ ਸੀ ਤਾਂ ਕਿ ਉਸ ਦਾ ਘਰ ਬਾਹਰ ਚੱਲ ਸਕੇ। ਉਹਨੇ ਆ ਕੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ, ਇਹ ਰਿਛ ਹੈ, ਤਮਾਸ਼ਾ ਵਿਖਾਉਂਦਾ ਹੈ, ਸਾਡਾ ਤਮਾਸ਼ਾ ਵੇਖ ਕੇ ਜ਼ਰੂਰ ਜਾਣਾ। ਸਤਿਗੁਰੂ ਜੀ ਅਟਕ ਗਏ। ਕਲੰਦਰ ਰਿਛ ਦਾ ਤਮਾਸ਼ਾ ਕਰਨ ਲੱਗ ਪਿਆ। ਤਮਾਸ਼ਾ ਵੇਖਿਆ। ਦੇਖਦਿਆਂ ਸਤਿਗੁਰੂ ਜੀ ਨੇ ਭਾਈ ਕੀਰਤੇ ਵੱਲ ਦੇਖਿਆ। ਭਾਈ ਕੀਰਤਾ ਸਤਿਗੁਰੂ ਜੀ ਨੂੰ ਚੋਰ ਕਰ ਰਿਹਾ ਸੀ। ਉਹ ਹਜ਼ੂਰੀਆ ਸੇਵਕ ਸੀ। ਸਾਹਿਬਾਂ ਨੇ ਉਸ ਨੂੰ ਕਿਹਾ, ਭਾਈ ਕੀਰਤਿਆ, ਜਾਂਦੇ ਆ ਰਿਛ ਕੌਣ? ਸੱਚੇ ਪਾਤਸ਼ਾਹ, ਮੈਂ ਕੀ ਜਾਣਾ, ਆਪ ਦੀ ਲੀਲਾ ਅਪਰੰਪਾਰ ਹੈ। ਭਾਈ ਕੀਰਤੀ ਜੀ ਨੇ ਅੱਗੋਂ ਬਹੁਤ ਨਿਮਰਤਾ ਨਾਲ ਆਖਿਆ, ਇਹ ਰਿਛ ਤੇਰਾ ਬਾਪ ਸੋਭਾ ਰਾਮ ਹੈ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ, ਹੇ ਮੇਰੇ ਪਿਤਾ ਜੀ, ਇਹ ਰਿਛ ਦੀ ਜੂਨ ਹੈ। ਇਹ ਗੱਲ ਤਾਂ ਹੈਰਾਨ ਕਰਨ ਵਾਲੀ ਹੈ, ਮੈਂ ਨਹੀਂ ਮੰਨ ਸਕਦਾ ਨਾ। ਭਾਈ ਕੀਰਤੀ ਨੂੰ ਚੋਰ ਕਰਨਾ ਭੁੱਲ ਗਿਆ। ਉਹ ਰਿਛ ਵੱਲ ਵੇਖਣ ਲੱਗ ਪਿਆ। ਉਹ ਬਹੁਤ ਇਸ ਗੱਲ ਤੋਂ ਹੈਰਾਨ ਸੀ ਕਿ ਉਹਦਾ ਪਿਤਾ ਸੋਭਾ ਰਾਮ ਤੇ ਗੁਰੂ ਘਰ ਦਾ ਬਹੁਤ ਹੀ ਪ੍ਰੇਮੀ ਸੇਵਕ ਅਤੇ ਭਗਤ ਆਦਮੀ ਸੀ। ਭਾਈ ਕੀਰਤੀ ਨੇ ਹੋਰ ਕਿਹਾ, ਪਾਤਸ਼ਾਹੋ, ਮੇਰੇ ਪਿਤਾ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਸੀ। 8ਵੇਂ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਕੋਲ ਰਹੇ ਤੇ ਗੁਰੂ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਸੁਣਿਆ ਕਰਦਾ ਸੀ। ਕਿ ਗੁਰੂ ਘਰ ਦੀ ਸੇਵਾ ਦਾ ਉਹੀ ਫਲ ਮਿਲਦਾ ਹੈ ਕਿ ਮੈਂ ਰਿਛ ਦੀ ਜੂਨੇ ਪਾਵਾਂਗਾ? ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ। ਉਹਨਾਂ ਨੇ ਫਰਮਾਇਆ, ਮਨੁੱਖ ਕਰਮਾਂ ਦਾ ਖਟਿਆ ਖਾਂਦਾ ਹੈ। ਜੈਸਾ ਕੋਈ ਕਰਮ ਕਰਦਾ ਹੈ ਤੈਸਾ ਹੀ ਫਲ ਭੋਗਦਾ ਹੈ। ਸਾਰੀ ਵਾਰਤਾ ਸੁਣ ਇਹ ਰਿਛ ਬਣਿਆ ਗਿਆ। ਗੁਰੂ ਜੀ ਦੇ ਸਾਥ ਚੋਖੇ ਸਿੱਖ ਸਨ। ਕੁਝ ਲੋਕ ਤਮਾਸ਼ਾ ਦੇਖਣ ਵਾਸਤੇ ਆ ਗਏ ਸਨ। ਸਤਿਗੁਰੂ ਜੀ ਦੇ ਵਚਨਾਂ ਨੂੰ ਸੁਣਦਿਆਂ ਹੀ ਅਨੁਸਾਰੋਂ ਹੈਰਾਨ ਹੋ। ਸਾਹਿਬਾਂ ਨੇ ਇਹੋ ਰਿਛ ਦੇ ਪੂਰਬਲੇ ਜਨਮ ਦੀ ਕਥਾ ਸੁਣਾਉਣੀ ਆਰੰਭ ਕੀਤੀ। ਭਾਈ ਕੀਰਤਿਆ, ਇਹ ਰਿਛ ਤੇਰਾ ਪਿਤਾ ਸੋਭਾ ਰਾਮ ਹੈ। ਇਹ ਠੀਕ ਹੈ, ਗੁਰਮੁਖ ਸੀ ਤੇ ਗੁਰੂ ਘਰ ਦੀ ਸੇਵਾ ਕਰਦਾ ਕਰਿਆ ਸੀ, ਪਰ ਇਸ ਨੇ ਇੱਕ ਬਹੁਤ ਵੱਡੀ ਭੁੱਲ ਕੀਤੀ ਸੀ ਜਿਸ ਕਾਰਨ ਇਸ ਨੂੰ ਇਹ ਜੂਨ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਕਥਾ ਸੁਣਾਉਣੀ ਆਰੰਭ ਕੀਤੀ। ਇੱਕ ਦਿਨ ਭਾਈ ਸੋਭਾ ਰਾਮ ਕੜਾ ਪ੍ਰਸ਼ਾਦ ਵਰਤਾ ਰਿਹਾ ਸੀ। ਸੰਗਤ ਚੋਖੀ ਹੋਣ ਕਰਕੇ ਭੀੜ ਬਹੁਤ ਸੀ। ਉਸ ਸਮੇਂ ਭਾਈ ਧੰਨਾ ਜਿਸ ਜ਼ਮੀਂਦਾਰ ਪ੍ਰਸਾਦ ਲੈਣ ਵਾਸਤੇ ਆ ਗਿਆ। ਭਾਈ ਧੰਨਾ ਬਹੁਤ ਧਰਮੀ ਸੀ ਤੇ ਨੇਕ ਪੁਰਸ਼ ਸੀ। ਉਸਨੇ ਕਦੀ ਕਿਸੇ ਦੀ ਚੀਜ਼ ਨਹੀਂ ਸੀ ਚੁਰਾਈ, ਨਾ ਹੀ ਚੁੱਕੀ ਤੇ ਨਾ ਹੀ ਕਿਸੇ ਦਾ ਉਹਨੇ ਬੁਰਾ ਤੱਕਿਆ ਸੀ। ਉਹ ਚੁਗਲੀ, ਨਿੰਦਿਆ, ਝੂਠ ਫਰੇਬ ਤੋਂ ਵੀ ਬਹੁਤ ਪਰੇ ਸੀ। ਹੰਕਾਰ ਤਾਂ ਕਦੇ ਉਹਦੇ ਕੋਲੋਂ ਲੰਘਿਆ ਨਹੀਂ ਸੀ। ਉਹ ਕਣਕ ਦਾ ਗੱਡਾ ਲੈ ਕੇ ਆਇਆ ਸੀ। ਉਹਦੇ ਲੀੜੇ ਮੈਲੇ ਸਨ। ਉਹਦੇ ਦਾੜੇ ਵਿੱਚ ਘੱਟਾ ਪਿਆ ਹੋਇਆ ਸੀ। ਪੱਗ ਡਿਲਕੀ ਹੋਈ ਸੀ ਤੇ ਅਣਦੋਤੇ ਵਾਲ ਖਿਲਰੇ ਹੋਏ ਸਨ। ਉਹ ਜਦੋਂ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧਿਆ ਤਾਂ ਬਹੁਤ ਭੀੜ ਸੀ। ਉਸਨੇ ਨਿਮਰਤਾ ਨਾਲ ਭਾਈ ਸੋਭਾ ਰਾਮ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪਹਿਲੇ ਪ੍ਰਸ਼ਾਦ ਦਿੱਤਾ ਜਾਵੇ ਤਾਂ ਕਿ ਉਹ ਗੱਡੇ ਦੇ ਨਾਲ ਜਾ ਕੇ ਉਸ ਦਾ ਗੱਡਾ ਸੂਹਾ ਹੈ। ਪਰ ਸੋਭਾ ਰਾਮ ਨੇ ਉਹਦੀ ਬੇਨਤੀ ਨੂੰ ਅਣਸੁਣਾ ਕਰ ਦਿੱਤਾ। ਸਗੋਂ ਬੜੇ ਕ੍ਰੋਧ ਨਾਲ ਕਿਹਾ, ਕਿਉਂ ਰਿਛ ਵਾਂਗੂ ਹੁੰਦਰਦਾ ਫਿਰਦਾ ਹੈ, ਨਾਸਾ ਚੜਾਉਂਦਾ ਹੈ? ਪਰ ਇਹੋ ਪ੍ਰਸ਼ਾਦ ਮਿਲ ਜਾਵੇਗਾ, ਆਪਣੀ ਸੂਰਤ ਨਹੀਂ ਵੇਖਦਾ? ਜਿਵੇਂ ਰਿਛ ਬਲਿਆ ਹੁੰਦਾ, ਬਿਲਕੁਲ ਰਿਛ ਵਾਂਗ ਅਣਖੜੇਵਾ ਕੜਾ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧ ਰਿਹਾ। ਕੜੀ ਪਰ ਸਬਰ ਨਹੀਂ ਹੁੰਦਾ ਤੇਰੇ ਕੋਲੋਂ? ਧੰਨੇ ਨੇ ਗੁੱਸਾ ਨਹੀਂ ਕੀਤਾ। ਉਹ ਧਰਤੀ ਤੇ ਡਿੱਗਾ ਹੋਇਆ ਕੜਾ ਪ੍ਰਸ਼ਾਦ ਦਾ ਤਿਨਕਾ ਚੁੱਕ ਕੇ ਤੁਰ ਗਿਆ। ਤੁਰਦਾ ਹੋਇਆ ਉਹ ਸਿਰਫ ਇਹੀ ਗੱਲ ਕਿਹਾ, ਤੂੰ ਹੀ ਰਿਛ ਹੈ। ਧਰਮੀ ਸਿੱਖ ਦਾ ਵਚਨ ਸੱਤ ਹੋਇਆ। 8 ਸਾਲ ਹੋਏ ਨੇ ਸੋਭਾ ਰਾਮ ਨੇ ਕਾਸ਼ੀ ਜਾ ਕੇ ਨੇੜੇ ਜਾ ਕੇ ਪਰਲੋਕ ਗ੍ਰਹਿਣ ਕੀਤਾ ਤੇ ਰਿਛ ਦੀ ਜੂਨ ਪ੍ਰਾਪਤ ਹੋਈ। ਹੁਣ ਇਹ ਜੂਨ ਭੁਗਤ ਰਿਹਾ ਹੈ। ਇਹ ਸੁਣ ਕੇ ਕਲੰਦਰ ਝਟ ਬੋਲ ਪਿਆ, 7 ਸਾਲ ਹੋਏ ਸਨ ਜੀ, ਮੈਂ ਇਸ ਨੂੰ ਕਾਸ਼ੀ ਤੋਂ ਜੰਗਲਾਂ ਵਿੱਚੋਂ ਫੜਿਆ ਸੀ। ਤਦੋਂ ਇਸ ਦੀ ਉਮਰ ਸਮਾਂ 1 ਸਾਲ ਦੀ ਸੀ। ਆਪ ਦੇ ਬਚਨ ਸੱਤ ਹਨ। ਇਹ ਜਿੱਥੇ ਸਤਸੰਗ ਹੋਵੇ ਉਸ ਪਾਸੇ ਬਹੁਤ ਹੀ ਜਾਂਦਾ ਹੈ, ਚੁੱਪਚਾਪ ਖਲੋਤਾ ਰਹਿੰਦਾ ਹੈ। ਸਤਿਗੁਰੂ ਜੀ ਨੇ ਵਚਨ ਕੀਤਾ, ਸਤ ਸੰਗਤ ਵਿੱਚ ਜੋ ਵੀ ਪੁਰਸ਼ ਜਾਂ ਨਾਰੀ ਆ ਬੈਠਦੇ ਹਨ, ਸਾਰੇ ਹੀ ਦੇਵਤਾ ਰੂਪ ਹੋ ਜਾਂਦੇ ਹਨ। ਚੋਰ, ਸਾਧ, ਠੱਗ, ਵੈਰੀ, ਪਾਪੀ, ਨਿੰਦਕ ਸਭ ਇੱਕ ਸਮਾਨ ਹੁੰਦੇ ਹਨ। ਕਿਸੇ ਨੂੰ ਮਾੜਾ ਨਹੀਂ ਜਾਣਨਾ ਚਾਹੀਦਾ। ਜਿਸ ਵੇਲੇ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਜਾਵੇ ਤਦੋਂ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਚਾਹੀਦਾ। ਕਿਸੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜੋ ਨਿੰਦਿਆ ਕਰਦਾ ਹੈ ਸੋ ਮਾੜਾ ਫਲ ਪਾਉਂਦਾ ਹੈ। ਭਾਈ ਕੀਰਤੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ, ਅਸੀਂ ਭੁੱਲੇ ਜੀਵ ਭੁੱਲਣਹਾਰ ਹਾਂ, ਕਿਰਪਾ ਕਰੋ, ਹੁਣ ਮੇਰੇ ਪਿਤਾ ਨੂੰ ਰਿਛ ਦੀ ਜੂਨ ਤੋਂ ਮੁਕਤ ਕਰਾਓ। ਇਸ ਦਾ ਦੁੱਖ ਮੈਂ ਨਹੀਂ ਦੇਖ ਸਕਦਾ। ਮੇਰਾ ਹਿਰਦਾ ਪਾਟ ਰਿਹਾ ਹੈ, ਮੈਨੂੰ ਧਰਤੀ ਬੇਲ ਰਹੀ ਦਿੰਦੀ। ਦਾਤਾ ਦਇਆ ਕਰੋ, ਇਹ ਕਿਰਪਾ ਦੇ ਸਾਗਰੋ, ਆਪਣੀ ਕਿਰਪਾ ਦ੍ਰਿਸ਼ਟੀ ਕਰੋ, ਇਸ ਦੀ ਕਲਿਆਣ ਹੋ।
ਭਾਈ ਕੀਰਤੀਏ ਦੇ ਨੈਣ ਭਰ ਗਏ। ਉਹ ਸੱਚਮੁੱਚ ਹੀ ਰੋਹ ਪਿਆ। ਉਹ ਐਸੀ ਦਿਸ਼ਾ ਦੇਖ ਕੇ ਸਤਿਗੁਰੂ ਜੀ ਨੇ ਵਚਨ ਕੀਤਾ, ਅਕਾਲ ਪੁਰਖ ਦੀ ਕਿਰਪਾ ਤੇਰੇ ਬਾਪ ਉੱਤੇ ਹੋ ਚੁੱਕੀ ਹੈ। ਉਹ ਇਸ ਕਰਕੇ ਇਹ ਬਹੁਤ ਪਛਤਾਇਆ ਹੈ। ਦੂਸਰਾ ਸਤ ਸੰਗਤ ਨੂੰ ਇਸ ਨੇ ਵਿਸਾਰਿਆ ਨਹੀਂ। ਅੱਜ ਇਹ ਐਸੇ ਕਰਕੇ ਇੱਥੇ ਪੁੱਜਾ ਹੈ ਕਿ ਇਹ ਰਚ ਜੂਨ ਵਿੱਚੋਂ ਹੁਕਮ ਹੋ ਜਾਓ ਧਰਮਸ਼ਾਲਾ ਵਿੱਚੋਂ ਕੜਾ ਪ੍ਰਸ਼ਾਦ ਲਿਆਵੋ, ਹੁਣੀ ਇਹ ਮੁਕਤ ਹੋ ਜਾਵੇਗਾ। ਭਾਈ ਕੀਰਤੀਆ ਭਾਈ ਤੇਜੇ ਨੂੰ ਚੋਰ ਫੜਾ ਕੇ ਆਪ ਧਰਮਸ਼ਾਲਾ ਨੂੰ ਨੱਸ ਗਿਆ। ਉੱਥੇ ਕੜਾ ਪ੍ਰਸ਼ਾਦ ਲਿਆਇਆ। ਸਤਿਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ, ਸਤਨਾਮ ਸ਼੍ਰੀ ਵਾਹਿਗੁਰੂ ਆਖ ਕੇ ਸਿਰੇ 'ਚ ਨੁਕਵਾ। ਭਾਈ ਕੀਰਤੀ ਜੀ ਨੇ ਇਉਂ ਹੀ ਕੀਤਾ, ਸਤਨਾਮ ਵਾਹਿਗੁਰੂ ਆ ਕੇ ਕੜਾ ਪ੍ਰਸ਼ਾਦ ਛਕਾ ਦਿੱਤਾ ਰਿਚ ਨੂੰ। ਜਿਉਂ ਹੀ ਕੜਾ ਪ੍ਰਸ਼ਾਦ ਅੰਦਰ ਪੁੱਜਣ ਦੀ ਦੇਰੀ ਸੀ, ਆਤਮਾ ਨਾਲ ਲੱਗਾ ਤਾਂ ਉਸੇ ਵੇਲੇ ਰਿਚ ਦਾ 5 ਭੌਤਿਕ ਸਰੀਰ ਧਰਤੀ ਉੱਤੇ ਡਿੱਗ ਪਿਆ। ਬੋਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਸਰੀਰ ਵਿੱਚੋਂ ਸੋਭਾ ਰਾਮ ਦੀ ਰੂਹ ਉੱਡੀ ਤੇ ਪੁਰਖ ਰੂਪ ਧਾਰ ਕੇ ਆਕਾਸ਼ ਮੰਡਲ ਵੱਲ ਚੱਲ ਗਈ। ਉਸ ਨੂੰ ਜਾਂਦਿਆਂ ਹੋਇਆਂ ਕੁਝ ਗੁਰਮੁਖਾਂ ਨੇ ਦੇਖਿਆ, ਸਾਰੇ ਸਤਿਗੁਰੂ ਜੀ ਦਾ ਜਸ ਗਾਉਣ ਲੱਗੇ। ਵਿੱਚ ਗਰੀਬ ਕਲੰਦਰ ਦੀ ਰੋਜ਼ੀ ਕਮਾਉਣ ਦਾ ਆਸਰਾ ਸੀ। ਵਿੱਚ ਸਾਰਿਆਂ ਹੀ ਵੇਖ ਕੇ ਉਹ ਤਾਂ ਹੀ ਮਾਰ ਲੱਗ ਪਿਆ। ਉਸ ਨੇ ਰੋਂਦਿਆਂ ਰੋਂਦੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਹੈ ਦਾਤਾ ਸੱਚਾ ਪਾਤਸ਼ਾਹ, ਮੈਂ ਲੁੱਟਿਆ ਗਿਆ, ਮੇਰਾ ਨਿੱਕਾ ਨਿੱਕਾ ਬਾਲ ਬੱਚਾ ਭੁੱਖਾ ਮਰ ਜਾਵੇਗਾ, ਕੀ ਕਰਾਂ। ਸਤਿਗੁਰੂ ਜੀ ਨੇ ਕਲੰਦਰ ਨੂੰ ਉਪਦੇਸ਼ ਦਿੱਤਾ। ਨਾਲ ਹੀ ਗੁਰੂ ਭੰਡਾਰਿਆਂ ਵਿੱਚੋਂ ਕੁਝ ਮਾਇਆ ਦਵਾ ਕੇ ਪ੍ਰਸੰਨ ਕੀਤਾ। ਉਹ ਸਤਿਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਆਪਣੇ ਵਤਨਾਂ ਨੂੰ ਚੱਲ ਪਿਆ। ਬੋਲੋ ਵਾਹਿਗੁਰੂ। ਹਾਂਜੀ, ਸੋ ਇਸ ਪ੍ਰਸੰਗ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਭਾਵੇਂ ਅਸੀਂ ਕਿੰਨੇ ਧਰਮੀ ਹਾਂ, ਜਿੰਨਾ ਮਰਜ਼ੀ ਅਸੀਂ ਪਾਠ ਪੂਜਾ ਵਾਲੇ ਹਾਂ, ਪਰ ਇੱਕ ਗਲਤੀ ਨਾਲ ਬੇਸ਼ੱਕ ਗੁੱਸਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਝੂਠ, ਫਰੇਬ, ਕੁਛ ਵੀ ਇੱਕ ਗਲਤੀ ਦੇ ਵਿੱਚੋਂ ਸਾਰਾ ਸਾਡਾ ਕੰਮ ਖਰਾਬ ਹੋ ਸਕਦਾ ਤੇ ਅਸੀਂ ਜੂਨਾਂ ਦੇ ਵਿੱਚ ਪੈ ਸਕਦੇ ਹਾਂ ਸਾਡੀ ਆਪਣੀ ਗਲਤੀ ਨਾਲ। ਕਿਰਪਾ ਕਰਨੀ ਮਹਾਰਾਜ, ਸਾਰਿਆਂ ਤੇ ਕਿਰਪਾ ਕਰਨ, ਸਾਰਿਆਂ ਨੂੰ ਇਹ ਚੋਰਾਂ ਤੋਂ ਵਿਕਾਰਾਂ ਤੋਂ ਬਚਾਉਣ। ਸਾਨੂੰ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।